एवरीवन वेलकम और वेलकम बैक टू माई चैनल बी सेमेस्टर 5 हिस्टरी ऑफ द वर्ल्ड ਆਪਾਂ ਸਟਾਰਟ ਕੀਤਾ ਹੋਇਆ ਜਿਸ ਦੇ ਵਿੱਚ ਬਹੁਤ ਸਾਰੇ ਇੰਪੋਰਟੈਂਟ ਕਨਸੈਪਟਸ ਆਪਾਂ ਕਵਰ ਕਰ ਚੁੱਕੇ ਹਾਂ। ਮੈਪਸ ਵੀ ਕਰ ਚੁੱਕੇ ਹਾਂ ਦੋ ਲਾਸਟ ਵਾਲੇ ਇਟਲੀ ਦਾ ਏਕੀਕਰਨ ਅਤੇ 1945 ਦਾ ਯੂਰਪ। ਤੋ ਜਿਨ੍ਹਾਂ ਨੇ ਪ੍ਰੀਵੀਅਸ ਵੀਡੀਓਜ਼ ਨਹੀਂ ਦੇਖੀਆਂ ਤਾਂ ਜ਼ਰੂਰ ਚੈੱਕਆਊਟ ਕਰਿਓ ਤੇ ਨਾਲ ਹੀ ਦੋਸਤੋ ਫਟਾਫਟ ਜਾ ਕੇ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਕੋਈ ਵੀ ਨੀਡੀ ਪਰਸਨ ਹੈ ਉਸ ਤੱਕ ਵੀਡੀਓ ਪਹੁੰਚਦੀ ਹੋਵੇ ਤੇ ਨਾਲ ਹੀ ਮੈਨੂੰ ਵੀ ਮੋਟੀਵੇਸ਼ਨ ਮਿਲੇ ਬਿਕੋਜ਼ ਅਗਰ ਤੁਸੀਂ ਮੋਟੀਵੇਟ ਕਰੋਗੇ ਤਾਂ ਹੀ ਮੈਂ ਵੀਡੀਓਜ਼ ਜਲਦੀ ਲੈ ਕੇ ਆਉਂਦੀ ਰਵਾਂਗੀ। ਤੇ ਨਾਲੇ 6 ਸਮੈਸਟਰ ਦਾ ਕਾਫੀ ਸਾਰਾ ਕੰਟੈਂਟ ਮੇਰੇ ਚੈਨਲ 'ਤੇ ਅਵੇਲੇਬਲ ਆ ਸੋ ਉਹਨੂੰ ਵੀ ਚੈੱਕਆਊਟ ਜ਼ਰੂਰ ਕਰਿਓ। ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ 1917 ਦੀ ਰੂਸੀ ਕ੍ਰਾਂਤੀ ਕਾਰਨ ਅਤੇ ਪ੍ਰਭਾਵ। ਦੇਖੋ ਇਸ ਤੋਂ ਪਹਿਲਾਂ ਵਾਲਾ ਆਪਣਾ ਕੁਐਸਚਨ ਸੀ ਕਿ ਫਸਟ ਵਰਲਡ ਵਾਰ, ਠੀਕ ਹੈ, ਇਸ ਤੋਂ ਪਹਿਲਾਂ ਫਸਟ ਵਰਲਡ ਵਾਰ ਹੋ ਰਿਹਾ ਸੀ 1914 ਦੇ ਵਿੱਚ ਅਤੇ ਇਸ ਤੋਂ 1914 ਤੋਂ 1918 ਤੱਕ ਵਰਲਡ ਵਾਰ ਚੱਲਿਆ। ਲੇਕਿਨ ਉਸ ਤੋਂ ਪਹਿਲਾਂ ਹੀ ਜਿਹੜਾ ਸੀਗਾ ਰੂਸ ਦੇ ਅੰਦਰ 1917 'ਚ ਕ੍ਰਾਂਤੀ ਆ ਗਈ ਸੀ। ਤਾਂ ਕਾਰਨ ਕੀ ਸੀਗੇ, ਪਹਿਲਾਂ ਰਸ਼ੀਆ ਜਿਹੜਾ ਸੀਗਾ ਉਹ ਵਰਲਡ ਵਾਰ ਦੇ ਵਿੱਚ ਇਨਕਲੂਡਡ ਸੀ, ਬਾਅਦ ਦੇ ਵਿੱਚ ਕੀ ਹੋਇਆ ਸੀਗਾ, ਠੀਕ ਹੈ। ਸੋ ਸਾਰਾ ਕੁਝ ਪੜਾਂਗੇ। ਸਭ ਤੋਂ ਪਹਿਲਾਂ ਤਾਂ ਇੱਕ ਬੇਸ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਇਹ ਜਿਹੜੇ ਕ੍ਰਾਂਤੀ ਆਈ ਸੀ ਰਸ਼ੀਅਨ ਰੈਵੋਲੂਸ਼ਨ ਇਹ ਆਈ ਕਿਉਂ ਸੀ। ਤਾਂ ਉਸ ਟਾਈਮ ਜਦੋਂ ਇਹ ਕ੍ਰਾਂਤੀ ਆਈ ਹੈ ਤਾਂ ਉਸ ਟਾਈਮ ਜਿਹੜਾ ਸਮਾਜਿਕ ਦਸ਼ਾ, ਆਰਥਿਕ ਦਸ਼ਾ, ਰਾਜਨੀਤਿਕ ਦਸ਼ਾ ਇਹ ਕਿੱਦਾਂ ਦੀ ਸੀ। ਫਸਟ ਆਫ ਆਲ ਤਾਂ ਜਦੋਂ ਇਹ ਰਾਜਨੀਤੀ ਕ੍ਰਾਂਤੀ ਆਈ ਹੈ, ਇਹ ਸਮਾਜਿਕ ਕ੍ਰਾਂਤੀ ਆਈ ਹੈ, ਆਰਥਿਕ ਕ੍ਰਾਂਤੀ ਆਈ ਹੈ ਤਾਂ 20th ਸਦੀ ਦੇ ਸਟਾਰਟਿੰਗ ਦੇ ਵਿੱਚ ਜਿਹੜਾ ਰੂਸ ਸੀਗਾ ਇੱਕ ਪਿਛੜਿਆ ਹੋਇਆ ਦੇਸ਼ ਸੀ ਅਤੇ ਇਸ ਦਾ ਇੱਕਮਾਤਰ ਸਹਾਰਾ ਜਾਂਦਾ ਹੈ ਨਿਰੰਕੁਸ਼ ਸ਼ਾਸਕਾਂ ਦੀਆਂ ਨੀਤੀਆਂ। ਬਿਕੋਜ਼ ਇੱਥੇ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਬਹੁਤ ਘੱਟ ਉੱਨਤੀ ਕੀਤੀ ਸੀ ਉਦੋਂ ਤੱਕ, ਲੇਕਿਨ ਹੁਣ ਅਗਰ ਤੁਸੀਂ ਰਸ਼ੀਆ ਦੀ ਗੱਲ ਕਰੋ ਬਹੁਤ ਹੀ ਡਿਵੈਲਪ ਹੈ ਨਾ। ਉਸ ਟਾਈਮ ਜਿਹੜਾ ਸੀਗਾ ਵਰਲਡ ਵਾਰ ਦੇ ਵਿੱਚ ਇਸ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ। ਇਸ ਤੋਂ ਪਹਿਲਾਂ ਵੀ ਜਿਹੜਾ ਸੀਗਾ ਇਹ ਇੰਨਾ ਜ਼ਿਆਦਾ ਡਿਵੈਲਪ ਨਹੀਂ ਸੀਗਾ। ਤਾਂ ਹੋਰ ਜਿਹੜਾ ਯੂਰਪ ਸੀਗਾ ਉਸਦੇ ਅਕੋਰਡਿੰਗ ਇਹ ਥੋੜ੍ਹਾ ਜਿਹਾ ਨੀਵਾਂ ਸੀਗਾ, ਠੀਕ ਹੈ। ਇਹਦਾ ਵਿਕਾਸ ਜਿਹੜਾ ਸੀਗਾ ਥੋੜ੍ਹਾ ਪਛੜਿਆ ਹੋਇਆ ਸੀਗਾ। ਆਰਥਿਕ ਵਿਵਸਥਾ, ਫਸਟ ਆਫ ਆਲ ਤਾਂ ਰਸ਼ੀਆ ਇੱਕ ਐਸੀ ਰੂਸ ਕੰਟਰੀ ਸੀਗੀ ਜਿਹਦੇ ਵਿੱਚ ਜਿਹੜੀ 20ਵੀਂ ਸਦੀ ਦੇ ਵਿੱਚ ਜਨਸੰਖਿਆ ਸੀ 90% ਦੇ ਕਰੀਬ ਖੇਤੀਬਾੜੀ ਦੇ ਉੱਤੇ ਸੀ। ਤਾਂ ਖੇਤੀ ਬਿਲਕੁਲ ਪਿਛੜੀ ਹੋਈ ਸੀ, ਲੋਕਾਂ ਦੇ ਵਿੱਚ ਗਰੀਬੀ ਸੀ, ਭੁੱਖ ਦਾ ਸ਼ਿਕਾਰ ਲੋਕ ਹੋਏ ਸੀ ਅਤੇ ਸਰਕਾਰ ਨੂੰ ਵੀ ਕੋਈ ਰੁਚੀ ਨਹੀਂ ਸੀ ਕਿ ਅਸੀਂ ਆਪਣੇ ਦੇਸ਼ ਨੂੰ ਉੱਨਤ ਕਰੀਏ। ਕਿਸਾਨਾਂ ਦੀ ਜਨਸੰਖਿਆ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਸੀਗੀ। ਇਸੇ ਕਰਕੇ ਜਿਹੜੇ ਸੀ ਸਾਧਨ ਖੇਤੀਬਾੜੀ ਦੇ ਪੁਰਾਣੇ ਸੀ, ਲੋਕਾਂ ਕੋਲੇ ਤਾਂ ਨਾ ਤਾਂ ਭੂਮੀ ਖਰੀਦਣ ਦੇ ਸਾਧਨ ਸੀ, ਨਾ ਹੀ ਕੋਈ ਵੀ ਨਿਊ ਖੇਤੀਬਾੜੀ ਦੇ ਸੰਦ ਖਰੀਦਣ ਦੇ ਪੈਸੇ ਸੀ। ਤਾਂ ਕਿਉਂਕਿ ਜਿਹੜਾ ਹੈ ਰੂਸ ਦੀ ਵੀ ਟੈਕਸ ਪ੍ਰਣਾਲੀ ਜਿਹੜੀ ਟੈਕਸੇਸ਼ਨ ਸਿਸਟਮ ਸੀ ਬਹੁਤ ਖਰਾਬ ਸੀ ਅਤੇ ਕਿਸਾਨਾਂ ਨੂੰ ਹੀ ਜ਼ਿਆਦਾਤਰ ਟੈਕਸ ਪੇ ਕਰਨਾ ਪੈਂਦਾ ਸੀ। ਤਾਂ ਇਸ ਕਰਕੇ 1861 ਦੇ ਕਾਨੂੰਨ ਤੱਕ ਤਾਂ ਲੋਕ ਆਪਣਾ ਆਪ ਨੂੰ ਭੂਮੀ ਦਾ ਮਾਲਕ ਹੀ ਨਹੀਂ ਸੀ ਸਮਝਦੇ। ਤਾਂ ਪਿੰਡਾਂ ਵਿੱਚ ਖੇਤੀ ਪ੍ਰਬੰਧ ਜਿਹੜਾ ਸੀ ਗ੍ਰਾਮ ਸਮਿਤੀਆਂ ਨੂੰ ਸੌਂਪਿਆ ਗਿਆ ਸੀ। ਸੋ ਉਚਿਤ ਉਤਸ਼ਾਹ ਨਹੀਂ ਸੀ, ਮਤਲਬ ਕਿ ਬਹੁਤ ਪਛੜਿਆ ਹੋਇਆ ਦੇਸ਼ ਸੀ, ਬਹੁਤ ਗਰੀਬੀ ਸੀ, ਖੇਤੀਬਾੜੀ 'ਤੇ ਲੋਕ ਡਿਪੈਂਡ ਸੀਗੇ। ਅਤੇ ਇੱਥੇ ਜਿਹੜਾ ਸੀਗਾ ਜੇ ਆਪਾਂ ਕਹੀਏ ਤਾਂ ਇੰਡਸਟਰੀਅਲ ਰੈਵੋਲਿਊਸ਼ਨ ਬਹੁਤ ਲੇਟ ਆਈ ਹੈ, ਠੀਕ ਹੈ। ਕਿੱਥੇ ਸਭ ਤੋਂ ਪਹਿਲਾਂ ਆਈ ਹੈ, ਇੰਗਲੈਂਡ 'ਚ ਆਈ ਹੈ, ਫਰਾਂਸ ਦੇ ਵਿੱਚ ਲੇਟ ਆਈ ਹੈ, ਰਸ਼ੀਆ ਦੇ ਵਿੱਚ ਲੇਟ ਆਈ ਹੈ। ਤਾਂ ਉਦਯੋਗਿਕ ਧੰਦੇ ਅਤੇ ਮਜ਼ਦੂਰ ਵਰਗ, ਹੁਣ ਦੇਖੋ ਖੇਤੀਬਾੜੀ ਵਾਲਾ ਦੇਸ਼ ਸੀ ਅਤੇ ਪੱਛਮੀ ਦੇਸ਼ਾਂ ਦੇ ਬਰਾਬਰ ਤਾਂ ਇਹ ਸੋਚ ਹੀ ਨਹੀਂ ਸੀ ਸਕਦਾ ਕਿਉਂਕਿ ਉਸਨੇ ਥੋੜ੍ਹੀ ਬਹੁਤੀ ਉੱਨਤੀ ਤਾਂ ਕੀਤੀ ਸੀ ਪਰ ਇੰਨੀ ਜ਼ਿਆਦਾ ਉੱਨਤੀ ਨਹੀਂ ਸੀ ਕੀਤੀ ਜਿੰਨੀ ਹੋਰ ਯੂਰਪੀਅਨ ਕੰਟਰੀਜ਼ ਕਰ ਰਹੀਆਂ ਸੀ। 1870 ਤੱਕ ਰੂਸ ਦੇ ਸਾਮਰਾਜ ਵਿੱਚ ਕੇਵਲ 660 ਕਿਲੋਮੀਟਰ ਮੀਲ ਤੱਕ ਹੀ ਜਿਹੜਾ ਸੀ ਰੇਲਵੇ ਲਾਈਨ ਵਿਛੀ ਸੀ। 1895 ਦੇ ਵਿੱਚ ਜਿਹੜੀ ਸੀ ਇਹ 2200 ਮੀਲ ਤੱਕ ਹੋ ਗਈ। 1914 ਤੱਕ ਇਹ 40,000 ਮੀਲ ਤੱਕ ਰੇਲਵੇ ਲਾਈਨ ਸਾਮਰਾਜ ਵਿੱਚ ਗਈ। ਹੌਲੀ ਹੌਲੀ ਜਿਹੜੀ ਹੈਗੀ ਹੈ ਡਿਵੈਲਪਮੈਂਟ ਸਟਾਰਟ ਹੋ ਗਈ। ਮੈਂ ਹੁਣੇ ਦੱਸ ਕੇ ਹਟੀ ਹਾਂ ਕਿ ਇਹਦੇ 'ਤੇ ਜਿਹੜੀ ਹੈਗੀ ਹੈ ਇੰਡਸਟਰੀਅਲ ਰੈਵੋਲਿਊਸ਼ਨ ਦਾ ਜਿਹੜਾ ਇਫੈਕਟ ਹੈ ਉਹ ਥੋੜ੍ਹਾ ਜਿਹਾ ਲੇਟ ਪਹੁੰਚਿਆ। ਹੌਲੀ ਇਹ ਸਟਾਰਟਿੰਗ ਹੋਈ ਹੈ ਇੱਥੇ। ਤਾਂ ਆਵਾਜਾਈ ਦੇ ਸਾਧਨ ਹੌਲੀ 1914 ਤੋਂ ਬਾਅਦ ਦੇ ਵਿੱਚ 1914 ਤੱਕ ਵਿਕਸਿਤ ਹੋਏ, ਉਸ ਤੋਂ ਬਾਅਦ 'ਚ ਵਿਕਸਿਤ ਹੋਏ ਹੈ। ਤਾਂ ਡੋਨੇਟਸ ਦੀਆਂ ਜਿਹੜੀਆਂ ਖਾਣਾਂ ਸੀ ਉਹਨਾਂ ਤੋਂ ਹਰ ਸਾਲ ਕੋਲਾ ਨਿਕਲਣ ਲੱਗ ਗਿਆ ਅਤੇ ਫਿਰ ਬਾਕੂ, ਕਿਉਂਕਿ ਇੱਥੇ ਬਾਕੂ ਪ੍ਰਦੇਸ਼ ਸੀ, ਇੱਥੇ ਖੂਹਾਂ ਤੋਂ ਪੈਟਰੋਲ ਦਾ ਉਤਪਾਦਨ ਜਿਹੜਾ ਸੀ ਲੱਖਾਂ ਤੱਕ ਜਿਹੜਾ ਸੀ ਟਨ ਤੱਕ ਪਹੁੰਚ ਗਿਆ। ਤਾਂ ਮਤਲਬ ਹੌਲੀ ਲੋਹੇ ਤੋਂ ਹੀ ਪੈਟਰੋਲ ਹੌਲੀ ਜਿਹੜਾ ਹੈ ਡਿਵੈਲਪਮੈਂਟ ਹੋਣ ਲੱਗ ਗਈ। ਤਾਂ ਮਾਸਕੋ ਹੋ ਗਿਆ, ਸੈਂਟ ਪੀਟਰਸਬਰਗ ਹੋ ਗਿਆ, ਕੱਪੜੇ ਦੀਆਂ ਉਦਯੋਗਾਂ ਦੀਆਂ ਪ੍ਰਸਿੱਧ ਮੰਡੀਆਂ ਜਿਹੜੀਆਂ ਸੀ ਇੱਥੇ ਬਣਨ ਲੱਗ ਗਈਆਂ। ਤਾਂ ਹੌਲੀ ਜਿਹੜਾ ਹੈਗਾ ਇੱਥੇ ਉੱਨਤੀ ਦਾ ਜਿਹੜਾ ਸੀਗਾ ਸਿਹਰਾ ਜਾਂਦਾ ਰਿਹਾ ਵਿੱਤ ਮੰਤਰੀ ਸਰਜੀਅਮ ਡੀ ਵਿਟ ਨੂੰ। ਸੋ ਇਸ ਨੇ ਜਿਹੜਾ ਹੈ ਵਿਦੇਸ਼ਾਂ ਤੋਂ ਪੈਸਾ ਲਿਆ ਇਸ ਮੰਤਰੀ ਨੇ ਅਤੇ ਇੱਥੇ ਜਿਹੜਾ ਹੈ ਡਿਵੈਲਪਮੈਂਟ ਕਰਨੀ ਸਟਾਰਟ ਕਰਤੀ, ਠੀਕ ਹੈ। ਥੋੜ੍ਹਾ ਲੇਟ ਆਏ ਨੇ ਪਰ ਫਿਰ ਵੀ ਜਿਹੜੇ ਨੇ ਦੇਰ ਆਏ ਦਰੁਸਤ ਆਏ। ਪਰ ਰਸ਼ੀਆ ਦੇ ਵਿੱਚ ਜਦੋਂ ਕ੍ਰਾਂਤੀ ਆਈ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਉੱਠ ਕੇ ਖੜੀਆਂ ਹੋ ਗਈਆਂ ਕਿਉਂਕਿ ਇੰਗਲੈਂਡ ਅਤੇ ਫਰਾਂਸ ਨੂੰ ਤਾਂ ਇੱਕ ਸਦੀ ਪਹਿਲਾਂ ਹੀ ਜਿਹੜਾ ਸੀ ਸਾਹਮਣਾ ਕਰਨਾ ਪਿਆ ਜਿਹੜੀਆਂ ਰੁਕਾਵਟਾਂ ਦਾ, ਉਹ ਇਸ ਨੂੰ ਰਸ਼ੀਆ ਨੂੰ ਬਾਅਦ 'ਚ ਹੋਈਆਂ ਕਿਉਂਕਿ ਇਹ ਪਿੱਛੇ ਤੋਂ ਆਇਆ ਹੈਗਾ ਪੂਰੇ ਆਪਣੇ ਜਿਹੜੀ ਹੈਗੀ ਹੈ
ਰੈਵੋਲੂਸ਼ਨ ਦੇ ਵਿੱਚ, ਠੀਕ ਹੈ, ਇੰਡਸਟਰੀਅਲ ਰੈਵੋਲੂਸ਼ਨ 'ਚ। ਤਾਂ ਇੰਗਲੈਂਡ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਫੇਸ ਕੀਤਾ, ਉਸ ਤੋਂ ਬਾਅਦ 'ਚ ਫਰਾਂਸ ਨੇ ਕੀਤਾ, ਉਸ ਤੋਂ ਬਾਅਦ 'ਚ ਰਸ਼ੀਆ ਨੇ ਕੀਤਾ। ਰੂਸ ਦੇ ਕਾਰਖਾਨਿਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ 12 ਤੋਂ 15 ਘੰਟੇ ਕੰਮ ਕਰਨਾ ਪੈਂਦਾ ਸੀ। ਜਿਵੇਂ ਕਿ ਆਪਾਂ ਪਿੱਛੇ ਹੀ ਜ਼ਿਕਰ ਕੀਤਾ ਕਿ ਇਸਤਰੀਆਂ ਅਤੇ ਬੱਚੇ ਸਖਤ ਮਿਹਨਤ ਕਰਦੇ ਸੀ, ਗੁਜ਼ਾਰਾ ਉਹਨਾਂ ਦਾ ਨਹੀਂ ਸੀ ਹੁੰਦਾ, ਮਜ਼ਦੂਰੀ ਘੱਟ ਸੀਗੀ ਅਤੇ ਸ਼ੋਸ਼ਣ ਉਹਨਾਂ ਦਾ ਹੋ ਰਿਹਾ ਸੀ। ਤਾਂ ਇੱਦਾਂ ਹੀ ਸੇਮ ਟੂ ਸੇਮ ਰਸ਼ੀਆ ਦੇ ਵਿੱਚ ਵੀ ਹੋ ਰਿਹਾ ਸੀ। ਮਜ਼ਦੂਰਾਂ ਦੇ ਰਹਿਣ ਲਈ ਗੰਦੀਆਂ ਗੰਦੀਆਂ ਕਲੋਨੀਆਂ ਸੀਗੀਆਂ ਅਤੇ ਉਹਨਾਂ ਨੂੰ ਕੰਮ ਕਰਨ ਲਈ ਬਹੁਤ ਖਿੱਚ ਧੂ ਕੇ ਲੈ ਕੇ ਆਇਆ ਜਾਂਦਾ ਸੀ ਅਤੇ ਫਿਰ ਉਹਨਾਂ ਨੂੰ ਬੈਰਕਾਂ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ ਕਿ ਅੰਦਰ ਕੰਮ ਕਰਦੇ ਰਹੋ, ਚਾਹੇ ਲੜੋ, ਚਾਹੇ ਮਰੋ, ਚਾਹੇ ਭੁੱਖੇ ਰਹੋ, ਜੋ ਮਰਜ਼ੀ ਹੋਵੇ, ਹੈ ਨਾ। ਤਾਂ ਇਸ ਕਰਕੇ ਜਿਹੜਾ ਸੀਗਾ ਰਸ਼ੀਆ ਦੇ ਅੰਦਰ ਵੀ ਇਹ ਸਾਰੀਆਂ ਪ੍ਰੋਬਲਮ ਸੀ। ਤਾਂ ਕਰਕੇ ਜਿਹੜਾ ਹੈਗਾ ਉੱਥੇ ਨਾ ਤਾਂ ਮਜ਼ਦੂਰ ਸੰਘ ਸੀ ਬਣਾ ਸਕਦੇ ਸੀ, ਨਾ ਹੜਤਾਲਾਂ ਕਰ ਸਕਦੇ ਸੀ, ਨਾ ਤਨਖਾਹ ਵਧਾਉਣ ਲਈ ਕਹਿ ਸਕਦੇ ਸੀ। ਸਰਕਾਰ ਬੜੀ ਜਿਹੜੀ ਰੂਸ ਦੀ ਸੀ ਉਹ ਸਖਤ ਹੋ ਗਈ ਸੀ। ਤਾਂ ਇਸ ਕਰਕੇ ਮਜ਼ਦੂਰ ਵਰਗ 'ਚ ਰੋਸ ਜਿਹੜਾ ਸੀ ਬਹੁਤ ਜ਼ਿਆਦਾ ਹੋ ਗਿਆ। ਸਮਾਜਿਕ ਵਰਗ ਜਿਹੜਾ ਹੋ ਗਿਆ ਕਿਸਾਨ ਵਰਗ। ਸਭ ਤੋਂ ਪਹਿਲਾਂ ਤਾਂ ਰੂਸ ਦਾ ਸਮਾਜਿਕ ਢਾਂਚਾ 1850 ਤੱਕ ਉੱਦਾਂ ਦਾ ਸੀ ਜਿੱਦਾਂ ਕਿ ਪੱਛਮੀ ਯੂਰਪ ਦੇ ਦੇਸ਼ਾਂ ਦਾ ਮੱਧਕਾਲ ਤੱਕ ਸੀ। ਰੂਸ ਦੀ ਜਨਸੰਖਿਆ ਲਗਭਗ 10 ਕਰੋੜ ਸੀ ਅਤੇ 90% ਜਿਹੜੇ ਲੋਕ ਸੀ ਕਿਸਾਨ ਸੀ, ਪਿੰਡਾਂ ਦੇ ਵਿੱਚ ਰਹਿੰਦੇ ਸੀ। ਕਿਸਾਨ ਦਾਸ ਸੀ ਜਾਂ ਆਪਣੀ ਛੋਟੀ ਛੋਟੀ ਭੂਮੀਆਂ ਦੇ ਉੱਤੇ ਗੁਜ਼ਾਰਾ ਬਸਰ ਕਰਦੇ ਸੀ ਅਤੇ ਉਹ ਆਪਣੀਆਂ ਭੂਮੀਆਂ ਨੂੰ ਛੱਡ ਕੇ ਵੀ ਨਹੀਂ ਸੀ ਜਾ ਸਕਦੇ। ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਸੁਤੰਤਰਤਾ ਪ੍ਰਾਪਤ ਨਹੀਂ ਸੀ। ਤਾਂ ਕਰਕੇ ਰੂਸ ਦੇ ਵਿੱਚ ਜਿਹੜੀ ਰੈਵੋਲੂਸ਼ਨ ਹੈਗੀ ਹੈ, ਇੰਡਸਟਰੀਅਲ ਰੈਵੋਲੂਸ਼ਨ, ਉਹ ਲੇਟ ਆਈ ਹੈ ਕਿਉਂਕਿ ਉੱਥੋਂ ਦੇ ਲੋਕਾਂ ਨਾਲ ਪਸ਼ੂਆਂ ਦੇ ਵਰਗਾ ਜਿਹੜਾ ਸੀਗਾ ਜੀਵਨ ਜਿਹੜਾ ਸੀਗਾ ਬਿਹੇਵ ਕੀਤਾ ਜਾਂਦਾ ਸੀ। ਅਤੇ ਜ਼ਾਰ ਅਲੈਗਜ਼ੈਂਡਰ ਜਿਹੜਾ ਦੂਜਾ ਸੀ, ਉਸਨੇ ਕੀ ਕੀਤਾ, 1861 ਵਿੱਚ ਇੱਕ ਕਾਨੂੰਨ ਪਾਸ ਕੀਤਾ ਅਤੇ ਕਿਸਾਨ ਦਾਸਾਂ ਨੂੰ ਅਤੇ ਇਸ ਚੀਜ਼ਾਂ ਨੂੰ ਜਿਹੜਾ ਸੀ ਬੰਧਨ ਤੋਂ ਮੁਕਤ ਕਰ ਦਿੱਤਾ ਅਤੇ ਉਸਨੇ ਜ਼ਮੀਨਾਂ ਖਰੀਦਣ ਦੀ ਵੀ ਸਹੂਲਤ ਦੇ ਦਿੱਤੀ। ਤਾਂ ਇਸ ਤਰ੍ਹਾਂ ਜਿਹੜਾ ਹੈ ਜ਼ਾਰ ਅਲੈਗਜ਼ੈਂਡਰ ਨੇ ਜੋ ਕੋਸ਼ਿਸ਼ਾਂ ਕਰੀਆਂ ਨੇ ਰੂਸ ਦੇ ਵਿੱਚ, ਉਹਦੇ ਕਰਕੇ ਥੋੜ੍ਹੀ ਜਿਹੀ ਇੱਥੋਂ ਦੇ ਲੋਕਾਂ ਦੀ ਡਿਵੈਲਪਮੈਂਟ ਹੋਣੀ ਸਟਾਰਟ ਹੋ ਗਈ ਸੀ। ਅਦਰਵਾਈਜ਼ ਇਹਨਾਂ ਦਾ ਜਿਹੜਾ ਸੀਗਾ ਸ਼ੋਸ਼ਣ ਬਹੁਤ ਜ਼ਿਆਦਾ ਹੋ ਰਿਹਾ ਸੀਗਾ। ਤਾਂ ਕੁਲੀਨ ਵਰਗ। ਰੂਸ ਦੇ ਕੁਲੀਨ ਵਰਗ ਦੇ ਜਿਹੜੇ ਵੱਡੇ ਵੱਡੇ ਜ਼ਮੀਂਦਾਰ ਸੀ, ਪਾਦਰੀ ਲੋਕ ਸੀਗੇ, ਤਾਂ ਇਹਨਾਂ ਦੇ ਕੋਲ ਦੇਸ਼ ਦੀ ਭੂਮੀ ਦਾ ਮਤਲਬ 1/5 ਹਿੱਸਾ ਸੀਗਾ। ਅਤੇ ਜਦੋਂ ਰੂਸ ਦਾ ਅਨਾਜ ਵਿਦੇਸ਼ਾਂ ਵਿੱਚ ਵਿਕਣ ਲੱਗ ਗਿਆ ਤਾਂ ਕੁਲੀਨ ਦੇ ਜਿਹੜੇ ਮੈਂਬਰ ਸੀਗੇ, ਜਿਹੜੇ ਨੋਬਲ ਰਿਚ ਪੀਪਲ ਸੀ, ਉਹ ਖੁਸ਼ਹਾਲ ਹੋ ਕੇ ਉਹ ਐਸ਼ ਕਰਨ ਲੱਗ ਗਏ। ਆਪਣੇ ਮਹਿਲਾਂ ਦੇ ਵਿੱਚ ਜਿਹੜੇ ਸੀਗੇ ਦੂਰ ਦੂਰ ਤੱਕ ਆਪਣੀਆਂ ਕਾਰਾਂ 'ਚ ਬੈਠ ਕੇ ਪੈਰਿਸ 'ਚ ਜਾ ਕੇ ਸੈਰ ਕਰਦੇ ਸੀ, ਮੀਟਿੰਗਸ ਕਰਦੇ ਸੀ, ਹੈ ਨਾ, ਸੰਗੀਤ ਮਿਊਜ਼ਿਕ ਵਗੈਰਾ ਜੁਆਇਨ ਕਰਦੇ ਸੀ। ਤਾਂ ਇਸ ਕਰਕੇ ਜਿਹੜਾ ਸੀਗਾ ਉਹ ਕੁਲੀਨ ਵਰਗ ਦੇ ਲੋਕਾਂ ਦਾ ਵੀ ਜਿਹੜਾ ਸੀਗਾ ਉਹ ਵਿਕਾਸ ਹੋਣਾ ਸਟਾਰਟ ਹੋ ਗਿਆ। ਵੱਖ ਵੱਖ ਜਾਤੀਆਂ ਅਤੇ ਧਰਮਾਂ ਦੇ ਦੇਸ਼। ਹੁਣ ਜਿਵੇਂ ਰੂਸ ਹੈਗਾ, ਇਹਦੀ ਵੀ ਵਿਸ਼ੇਸ਼ਤਾ ਇਹ ਸੀ ਕਿ ਇੱਥੇ ਵੀ ਆਪਣੇ ਭਾਰਤ ਵਾਂਗੂ ਬਹੁਤ ਸਾਰੇ ਧਰਮਾਂ ਜਾਤੀਆਂ ਦੇ ਲੋਕ ਰਹਿੰਦੇ ਸੀ ਅਤੇ ਮੱਧਵਰਤੀ ਭਾਗ ਦੇ ਵਿੱਚ ਜ਼ਿਆਦਾਤਰ ਰੂਸੀ ਜਨਤਾ ਰਹਿੰਦੀ ਸੀ। ਪਰ ਸੀਮਾ ਦੇ ਬਾਉਂਡਰੀ ਏਰੀਆਜ਼ ਦੇ ਵਿੱਚ ਜਿਹੜੇ ਸੀਗੇ ਫਿਨ ਅਤੇ ਜਰਮਨ ਜਾਤੀਆਂ ਦੇ ਲੋਕ ਰਹਿੰਦੇ ਸੀ। ਤਾਂ ਇਸ ਕਰਕੇ ਪੋਲ ਅਤੇ ਫਿਨ ਜਿਹੜੇ ਲੋਕ ਸੀ ਆਪਣੇ ਆਪਣੇ ਦ੍ਰਿਸ਼ਟੀਕੋਣ ਤੋਂ ਅਲੱਗ-ਅਲੱਗ ਸੀ ਰੂਸ ਦੇ ਲੋਕਾਂ ਤੋਂ। ਤਾਂ ਇਹਨਾਂ ਗੈਰ ਰੂਸੀ ਜਾਤੀਆਂ ਦਾ ਜਿਹੜਾ ਝੁਕਾਅ ਸੀ ਯੂਰਪ ਦੇ ਪੱਛਮੀ ਦੇਸ਼ਾਂ ਦੀ ਸੱਭਿਅਤਾ ਦੇ ਵੱਲ ਸੀਗਾ, ਠੀਕ ਹੈ। ਉਹ ਰੂਸ ਨੂੰ ਆਪਣਾ ਉਹ ਨਹੀਂ ਸੀ ਮੰਨਦੇ, ਉਹ ਦੂਰ ਦੇਸ਼ਾਂ ਦੇ ਜਿਹੜੇ ਦੂਜੇ ਦੇਸ਼ ਸੀ ਉਹਨਾਂ ਦੀ ਸੱਭਿਅਤਾ ਨੂੰ ਅਪਣਾਉਂਦੇ ਸੀਗੇ। ਤਾਂ ਰੂਸ ਵਿੱਚ ਸੰਵਿਧਾਨਕ ਸਰਕਾਰ ਅਤੇ ਆਤਮ ਨਿਰਣੇ ਦੀ ਅਧਿਕਾਰ ਦੀ ਵਿਵਸਥਾ ਨਾ ਹੋਣ ਕਰਕੇ ਜਿਹੜਾ ਸੀਗਾ ਇਹ ਅਪਰਸੰਨ ਸੀ ਅਤੇ ਰੂਸੀ ਸਰਕਾਰ ਦੀ ਨਜ਼ਰ 'ਚ ਇਹ ਲੋਕ ਵੀ ਖਤਰਨਾਕ ਸੀਗੇ। ਤਾਂ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਸੀਗਾ ਮਿਲਦੀ ਬਣਦੀ ਨਹੀਂ ਸੀ ਅਤੇ ਅਲੈਗਜ਼ੈਂਡਰ ਜ਼ਾਰ ਜਿਹੜਾ ਸੀ ਉਹਨਾਂ ਨੂੰ ਕੁਚਲ ਦੇਣਾ ਚਾਹੁੰਦਾ ਸੀ ਬਾਉਂਡਰੀ ਸਾਈਡ ਏਰੀਆ 'ਤੇ ਜਿਹੜੇ ਰਸ਼ੀਆ ਦੇ ਲੋਕ ਰਹਿੰਦੇ ਸੀ। ਤਾਂ ਧਾਰਮਿਕ ਖੇਤਰ ਦੇ ਵਿੱਚ ਵੀ ਉਹ ਲੋਕ ਅਲੱਗ ਸੀ। ਲੇਕਿਨ ਜੇ ਜ਼ਾਰ ਅਤੇ ਉਸਦੀ ਰੂਸੀ ਜਨਤਾ ਜਿਹੜੀ ਸੀ ਯੂਨਾਨੀ ਚਰਚ ਨੂੰ ਮੰਨਦੇ ਸੀ, ਤਾਂ ਜਿਹੜੇ ਇਹ ਲੋਕ ਸੀ ਇਹ ਰੋਮਨ ਕੈਥੋਲਿਕ ਦੇ ਸੀ ਅਤੇ ਫਿਨ ਅਤੇ ਜਰਮਨ ਪ੍ਰੋਟੈਸਟੈਂਟ ਧਰਮ ਦੇ ਸੀ। ਤਾਂ ਇਸ ਕਰਕੇ ਜਿਹੜਾ ਸੀ ਇਹ ਜਿਹੜੀ ਸੀ ਅਵਸਥਾ ਵੀ ਕਿਤੇ ਨਾ ਕਿਤੇ ਰਸ਼ੀਅਨ ਰੈਵੋਲੂਸ਼ਨ ਵੱਲ ਲੈ ਕੇ ਜਾ ਰਹੀ ਸੀ। ਰਾਜਨੀਤਿਕ ਅਵਸਥਾ, ਨਿਰੰਕੁਸ਼ ਸ਼ਾਸਨ। ਤਾਂ ਰਾਜਨੀਤਿਕ ਖੇਤਰ 'ਚ ਵੀ ਰੂਸ ਪਛੜਿਆ ਹੋਇਆ ਸੀ। ਆਪਾਂ ਪੜ੍ਹ ਕੇ ਹਟੇ ਹਾਂ ਕਿ ਜਿਹੜੇ ਇੱਥੇ ਲੋਕ ਸੀਗੇ ਉਹ ਨਿਰੰਕੁਸ਼ ਜਿਹੜੇ ਸੀਗੇ ਸ਼ਾਸਨ ਕਰਦੇ ਸੀ। ਤਾਂ ਅਲੈਗਜ਼ੈਂਡਰ ਦੂਜਾ ਹੋ ਗਿਆ, ਅਲੈਗਜ਼ੈਂਡਰ ਤੀਜਾ ਹੋ ਗਿਆ, ਨਿਕੋਲਸ ਦੂਜਾ ਹੋ ਗਿਆ, ਠੀਕ ਹੈ, ਜਿਨ੍ਹਾਂ ਨੇ 1858 ਤੋਂ ਲੈ ਕੇ 1917 ਤੱਕ ਰਾਜ ਕੀਤਾ। ਇਹ ਸਾਰੇ ਨਿਰੰਕੁਸ਼ ਸੀਗੇ। ਇਹ ਰਾਜਾ ਦੇ ਦੇਵੀ ਅਧਿਕਾਰਾਂ 'ਚ ਵਿਸ਼ਵਾਸ ਰੱਖਦੇ ਸੀ ਕਿ ਸਾਡਾ ਹੁਕਮ ਜਿਹੜਾ ਹੈਗਾ ਉਹੀ ਤੁਸੀਂ ਮੰਨਣਾ ਹੈ ਅਤੇ ਆਪਣੀ ਸ਼ਕਤੀ ਜਿਹੜੀ ਹੈ ਯੂਜ਼ ਨਹੀਂ ਕਰਨੀ। ਵਿਅਕਤੀਗਤ ਸੁਤੰਤਰਤਾ ਜਿਹੜੀ ਹੈਗੀ ਹੈ ਉਹ ਖਤਮ ਕੀਤੀ ਹੋਈ ਸੀ, ਲੋਕਾਂ ਨੂੰ ਗੁਲਾਮ ਬਣਾਇਆ ਹੋਇਆ ਸੀ। ਤਾਂ ਸ਼ਾਸਨ ਕੰਮਾਂ ਵਿੱਚ ਜ਼ਾਰ ਦੀ ਸਹਾਇਤਾ ਨਾਲ ਇੱਕ ਮੰਤਰੀ ਪਰਿਸ਼ਦ ਸੀ ਅਤੇ ਉਸ ਦੇ ਵਿੱਚ ਜਿਹੜਾ ਹੈ ਪੱਛਮੀ ਦੇਸ਼ਾਂ ਦੇ ਮੰਤਰੀ ਮੰਡਲ ਦੇ ਗੁਣਾਂ ਦੀ ਘਾਟ ਸੀ ਅਤੇ ਜ਼ਾਰ ਖੁਦ ਆਪਣੇ ਮੰਤਰੀ ਨਿਯੁਕਤ ਕਰਦਾ ਸੀ ਅਤੇ ਉਹਨਾਂ ਪ੍ਰਤੀ ਜ਼ਿੰਮੇਵਾਰ ਸੀ। ਤਾਂ ਪਾਰਲੀਮੈਂਟ ਦੇਸ਼ ਦੇ ਵਿੱਚ ਜਿਹੜੀ ਸੀ ਉਸਦੀ ਕੋਈ ਵੀ ਵਿਧਾਨ ਪਾਲਿਕਾ ਨਹੀਂ ਸੀ ਜੋ ਦੇਸ਼ ਲਈ ਕਾਨੂੰਨ ਬਣਾਉਂਦੀ। ਤਾਂ ਜ਼ਾਰ ਜਿਹੜਾ ਸੀ ਅਲੈਗਜ਼ੈਂਡਰ ਜ਼ਾਰ, ਉਹਦੀ ਹੀ ਇੱਛਾ ਦੇ ਅਕੋਰਡਿੰਗ ਜਿਹੜਾ ਸੀ ਕਾਨੂੰਨ ਸਮਝਿਆ ਜਾਂਦਾ ਸੀ। ਤਾਂ ਕਹਿਣ ਦਾ ਮਤਲਬ ਕਿ ਬਹੁਤ ਹੀ ਜ਼ਿਆਦਾ ਉੱਥੇ ਦਾਸਤਾ ਵਗੈਰਾ, ਗੁਲਾਮੀ ਵਗੈਰਾ ਚੱਲ ਰਹੀ ਸੀ। ਸੋ ਤਾਂ ਕਰਕੇ ਜਿਹੜੇ ਲੋਕ ਸੀ ਆਪਣਾ ਸਿਰ ਕੱਢ ਨਹੀਂ ਸੀ ਰਹੇ, ਠੀਕ ਹੈ।
ਤਾਂ ਇਹ ਚੀਜ਼ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਸੀ। ਪ੍ਰਤੀਕਿਰਿਆ ਤੇ ਦਮਨ ਨੀਤੀ, ਹੁਣ ਜਿਹੜੇ ਸ਼ਾਸਕ ਸੀਗੇ ਉਹ ਬਹੁਤ ਹੀ ਜ਼ਿਆਦਾ ਛੋਟੇ ਵਿਚਾਰਾਂ ਦੇ ਜਿਹੜੇ ਵਿਅਕਤੀ ਸੀ, ਤੇ ਉਹਨਾਂ ਨੇ 60 ਸਾਲਾਂ ਦੇ ਅੰਦਰ ਇੰਨੀ ਸਖਤੀ ਦੇ ਨਾਲ ਦਮਨ ਕੀਤਾ ਲੋਕਾਂ ਦਾ, ਅਤੇ ਹੋਰ ਜਿਹੜੀਆਂ ਚੀਜ਼ਾਂ ਉੱਭਰ ਕੇ ਬਾਹਰ ਆ ਰਹੀਆਂ ਸੀ, ਅਗਰ ਕੋਈ ਕਿਸੇ ਚੀਜ਼ ਬਾਰੇ ਲਿਖ ਦਿੰਦਾ ਸੀ ਤਾਂ ਉਸਨੂੰ ਦਬਾਇਆ ਜਾਂਦਾ ਸੀ। ਤਾਂ ਇਸ ਤਰ੍ਹਾਂ ਜਿਹੜਾ ਹੈ ਲੋਕ ਨਿਰੰਕੁਸ਼ ਜਿਹੜੇ ਸੀਗੇ ਹੋ ਰਹੇ ਸੀਗੇ। ਉਹਨਾਂ ਨੇ ਸਿੱਖਿਆ ਅਤੇ ਸਮਾਚਾਰ ਪੱਤਰਾਂ ਨੂੰ, ਜੋ ਕਿ ਪ੍ਰਸਾਰ ਦਾ ਸਾਧਨ ਸੀ, ਉਹ ਵੀ ਦੱਬਿਆ। ਠੀਕ ਹੈ, ਮਤਲਬ ਜਿਹੜੇ ਸ਼ਾਸਕ ਸੀ ਉਹ ਨਿਊਜ਼ਪੇਪਰ ਵੀ ਨਹੀਂ ਸੀ ਵਿਕਣ ਦਿੰਦੇ। ਸੋ ਸਕੂਲਾਂ ਤੇ ਵੀ ਸਰਕਾਰੀ ਕੰਟਰੋਲ ਸੀ, ਵਿਦਿਆਰਥੀਆਂ ਨੂੰ ਸੰਘ ਐਸੋਸੀਏਸ਼ਨ ਬਣਾਉਣ ਦੀ ਮਨਾਹੀ ਕਰਤੀ, ਅਤੇ ਲੋਕਾਂ ਨੂੰ ਜਿਹੜਾ ਹੈਗਾ ਸਕੂਲ ਤੋਂ ਬੱਚਿਆਂ ਨੂੰ ਕੱਢ ਦਿੱਤਾ ਗਿਆ। ਬੜੇ ਲੋਕਾਂ ਨੂੰ ਦੇਸ਼ ਛੱਡਣਾ ਪਿਆ, ਅਤੇ ਜਿਸ ਤੇ ਵੀ ਇੱਦਾਂ ਲੱਗਦਾ ਸੀ ਕਿ ਕ੍ਰਾਂਤੀਕਾਰੀ ਹੈ ਬੰਦਾ ਹੈ ਨਾ, ਤਾਂ ਉਸਨੂੰ ਜਿਹੜਾ ਹੈ ਦੇਸ਼ ਤੋਂ ਕੱਢ ਦਿੱਤਾ ਜਾਂਦਾ ਸੀਗਾ, ਤੇ ਉਹਨੂੰ ਦੰਡ ਦਿੱਤਾ ਜਾਂਦਾ ਸੀ। ਮਤਲਬ ਐਡੀ ਨਿਰੰਕੁਸ਼ਤਾ, ਤਾਨਾਸ਼ਾਹੀ ਸਰਕਾਰ ਜਿਹੜੀ ਸੀ ਚੱਲ ਰਹੀ ਸੀ। ਰੂਸੀਕਰਨ, ਹੁਣ ਜਿਹੜੇ ਆਖਰੀ ਦੇ ਦੋ ਜਾਟ ਸ਼ਾਸਕ ਸੀਗੇ, ਤਾਂ ਉਹਨਾਂ ਦਾ ਵਿਸ਼ਵਾਸ ਸੀ ਕਿ ਸਾਮਰਾਜ ਵਿੱਚ ਰਹਿਣ ਵਾਲੀਆਂ ਜਿਹੜੀਆਂ ਗੈਰ ਰੂਸੀ ਜਾਤਾਂ ਨੇ, ਠੀਕ ਹੈ, ਜਿਹੜੀਆਂ ਬਾਉਂਡਰੀ ਏਰੀਆ 'ਤੇ ਰਹਿ ਰਹੀਆਂ ਨੇ, ਇਹ ਖਤਰਨਾਕ ਨੇ, ਅਤੇ ਰਾਸ਼ਟਰੀ ਭਾਵਨਾਵਾਂ ਦਾ ਅੰਤ ਕਰਨ ਲਈ ਇੱਕ ਜ਼ਾਰ, ਇੱਕ ਧਰਮ ਅਤੇ ਇੱਕ ਭਾਸ਼ਾ ਦਾ ਹੋਣਾ ਜਿਹੜਾ ਹੈ ਜ਼ਰੂਰੀ ਹੈ। ਤਾਂ ਜ਼ਾਰ ਅਲੈਗਜ਼ੈਂਡਰ ਤੀਜਾ, ਉਸਨੇ ਉਸਦੇ ਉੱਤਰਾਧਿਕਾਰੀ ਨਿਕੋਲਸ ਦੂਜਾ ਨੇ ਰੂਸੀਕਰਨ ਦੀ ਜਿਹੜੀ ਹੈ ਨੀਤੀ ਅਪਣਾਈ। ਰੂਸੀਕਰਨ ਦੇ ਨਾਲ ਕੀ ਹੋਇਆ ਕਿ ਜਿਹੜੇ ਅਲੱਗ ਜਾਤਾਂ ਦੇ ਲੋਕ ਸੀ, ਪੋਲ ਲੋਕ ਹੋ ਗਏ, ਪੋਲ ਜਾਤੀ ਦੇ, ਫਿਨਲ ਜਾਤੀ ਦੇ ਹੋ ਗਏ, ਜਰਮਨ ਜਾਤੀ ਦੇ ਹੋ ਗਏ, ਇਹਨਾਂ 'ਤੇ ਅਤਿਆਚਾਰ ਕੀਤੇ ਗਏ, ਇਹਨਾਂ ਨੂੰ ਬੜੇ ਦੁੱਖ ਸਹਿਣ ਕਰਨੇ ਪਏ। ਅਤੇ ਸਭ ਤੋਂ ਪਹਿਲਾਂ ਫਿਨਲੈਂਡ ਪ੍ਰਦੇਸ਼ ਦੇ ਮਹੱਤਵਪੂਰਨ ਪਦ ਜਿਹੜੇ ਸੀਗੇ ਉਹ ਰੂਸੀਆਂ ਨੂੰ ਸੌਂਪ ਦਿੱਤੇ ਗਏ, ਜਿਹੜੇ ਅਸਲੀ ਰੂਸੀ ਸੀਗੇ। ਠੀਕ ਹੈ, ਰਸ਼ੀਅਨ ਲੋਕ। ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਤੁਹਾਨੂੰ ਰਸ਼ੀਅਨ ਲੈਂਗੁਏਜ ਕਹਿੰਦੇ ਆਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਸਲਾਹ ਮੰਡਲ ਬਣਾਤਾ। ਅਤੇ ਜਿਹੜੇ ਵੀ ਲੋਕ ਪੋਲੈਂਡ ਦੇ ਸੰਬੰਧ ਦੇ ਵਿੱਚ ਇਸ ਤਰ੍ਹਾਂ ਦੀ ਨੀਤੀ ਅਪਣਾਈ ਗਈ ਕਿ ਜਿਹੜੇ ਵੀ ਪੋਲ ਭਾਸ਼ਾ ਯੂਜ਼ ਕਰਨਗੇ ਉਹ ਤੁਸੀਂ ਅਵੋਇਡ ਕਰੋਗੇ, ਤੁਹਾਨੂੰ ਰਸ਼ੀਅਨ ਭਾਸ਼ਾ ਜਿਹੜੀ ਹੈਗੀ ਆਉਣੀ ਚਾਹੀਦੀ ਹੈ। ਸਰਕਾਰੀ ਅਗਰ ਤੁਸੀਂ ਨੌਕਰੀ ਲੈਣੀ ਹੈ ਤਦ ਵੀ ਤੁਹਾਨੂੰ ਰਸ਼ੀਅਨ ਲੈਂਗੁਏਜ ਜਿਹੜੀ ਹੈਗੀ ਆਉਣੀ ਚਾਹੀਦੀ ਹੈ। ਸੋ ਐਸੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਰੋਕੀਆਂ ਗਈਆਂ, ਅਤੇ ਜਰਮਨ ਭਾਸ਼ਾ ਦੇ ਪ੍ਰਯੋਗ 'ਤੇ ਵੀ ਮਨਾਹੀ ਕਰ ਦਿੱਤੀ ਗਈ ਕਿ ਸਿਰਫ ਔਰ ਸਿਰਫ ਤੁਸੀਂ ਰਸ਼ੀਅਨ ਲੈਂਗੁਏਜ ਹੀ ਯੂਜ਼ ਕਰਨੀ ਹੈ, ਅਤੇ ਰਸ਼ੀਆ ਹੀ ਸਿੱਖਿਆ ਦਾ ਜਿਹੜਾ ਹੈਗਾ ਰਸ਼ੀਅਨ ਲੈਂਗੁਏਜ 'ਚ ਹੀ ਸਿੱਖਿਆ ਹੋਵੇਗੀ। ਰਾਜ ਵਿਰੋਧੀ ਸ਼ਕਤੀਆਂ ਦਾ ਵਿਕਾਸ, ਹੁਣ ਇੰਨਾ ਦਮਨ ਹੋ ਰਿਹਾ ਸੀਗਾ ਚੀਜ਼ਾਂ ਦਾ, ਤਾਂ ਅਲੈਗਜ਼ੈਂਡਰ ਤੀਜਾ ਦੇ ਸ਼ਾਸਨ ਕਾਲ ਦੇ ਵਿੱਚ ਉਦਾਰਵਾਦੀ ਗੁੱਟਾਂ ਨੇ ਸੰਵਿਧਾਨਕ ਲੋਕਤੰਤਰੀ ਦਲ ਦੀ ਸਥਾਪਨਾ ਕੀਤੀ, ਜਿਸ ਦੇ ਕਰਕੇ ਜਿਹੜੇ ਸੀਗੇ ਉਦਯੋਗਪਤੀ, ਵਪਾਰੀ ਅਤੇ ਹੋਰ ਧੰਦੇ ਵਾਲੇ ਲੋਕ ਇਸ ਦੇ ਵਿੱਚ ਸ਼ਾਮਲ ਸਨ। ਅਤੇ ਇੱਕ ਐਸੀ ਰੂਸ ਵਿੱਚ ਲੋਕਤੰਤਰ ਦੀ ਸਥਾਪਨਾ ਜਿਹੜੀ ਸੀਗੀ ਉਸ ਦਾ ਆਖਰੀ ਉਦੇਸ਼ ਸੀਗਾ। ਠੀਕ ਹੈ, ਸੋ ਸੋਸ਼ਲਿਸਟ ਕ੍ਰਾਂਤੀਕਾਰੀ ਦਲ ਦਾ ਨਾਮ ਜਿਹੜਾ ਦਿੱਤਾ ਗਿਆ 1900 ਦੇ ਵਿੱਚ, ਅਤੇ ਇਹ ਦਲ ਨੇ ਮੇਨ ਕੰਮ ਕੀਤਾ ਕਿਸਾਨਾਂ ਦੀ ਹਿੱਤਿਆ ਲਈ। ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਖੋਹਣਾ ਜਿਹੜਾ ਸੀਗਾ ਉਹਨਾਂ ਦੇ ਕੰਮ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਸੀਗੀ। ਅਤੇ ਰੂਸ ਦੇ ਵਿੱਚ ਉਦਯੋਗਿਕ ਕ੍ਰਾਂਤੀ ਹੋਣ ਦੇ ਨਾਲ ਮਜ਼ਦੂਰ ਵਰਗ ਦੇ ਵਿੱਚ ਇੱਕ ਨਵੀਂ ਸ਼ਕਤੀ ਦਾ ਉਥਾਨ ਹੋ ਰਿਹਾ ਸੀਗਾ, ਅਤੇ ਇਸ ਕਰਕੇ ਉਦਯੋਗਪਤੀ ਦੇ ਸ਼ੋਸ਼ਣ ਅਤੇ ਸਰਕਾਰ ਦੀ ਉਦਾਸੀਨਤਾ ਦੇ ਕਾਰਨ ਲੋਕ ਬੜੇ ਅਪਰਸੰਨ ਸੀ। ਸੋ ਕਹਿਣ ਦਾ ਮਤਲਬ ਇੱਕ ਜਿਹੜਾ ਹੈਗਾ ਦਲ, ਸੋਸ਼ਲਿਸਟ ਦਲ ਜਿਹੜਾ ਸੀਗਾ ਉਹ ਜਨਮ ਲੈਣਾ ਸਟਾਰਟ ਹੋ ਗਿਆ, ਜਿਹਦੇ ਕਰਕੇ ਜਿਹੜਾ ਸੀਗਾ ਉਹਨਾਂ ਨੇ ਜਿੰਨੇ ਵੀ ਸ਼ੋਸ਼ਕ ਸੀਗੇ, ਜਿੰਨੇ ਵੀ ਕਾਰਖਾਨਿਆਂ ਦੇ ਮਾਲਕ ਸੀਗੇ, ਜਿਹੜੇ ਵੀ ਬਹੁਤ ਹੀ ਜ਼ਿਆਦਾ ਲੁੱਟ ਖਸੁੱਟ ਕਰ ਰਹੇ ਸੀ, ਤਾਂ ਪੂੰਜੀਪਤੀਆਂ ਜਿਹੜੇ ਵੀ ਲੁੱਟ ਖਸੁੱਟ ਕਰ ਸੀ ਉਹਨਾਂ ਨੂੰ ਮਾਰ ਭਜਾਉਣ ਦਾ ਕੰਮ ਜਿਹੜਾ ਸੀਗਾ ਇਹਨਾਂ ਨੇ ਕੀਤਾ। ਤਾਂ ਦੋ ਜਿਹੜੇ ਸੀਗੇ ਗੁੱਟ ਬਣ ਗਏ, ਬੋਲਸ਼ੇਵਿਕ ਅਤੇ ਮੇਨਸ਼ੇਵਿਕ। ਤਾਂ ਇਹ ਦੋਨੇ ਮਾਰਕਸਵਾਦੀ ਵਿਚਾਰ ਦੇ ਜਿਹੜੇ ਸੀਗੇ ਗੁੱਟ ਸੀਗੇ, ਅਤੇ ਇਹਨਾਂ ਦੇ ਉਦੇਸ਼ਾਂ 'ਚ ਕੋਈ ਅੰਤਰ ਖਾਸ ਨਹੀਂ ਸੀ। ਅਤੇ ਗੁਪਤ ਰੂਪ ਦੇ ਵਿੱਚ ਵਿਰੋਧੀ ਦਲ ਸੀਗੇ ਇਹ ਜਿਹੜੇ ਕੰਮ ਕਰਦੇ ਸੀ। ਰੂਸ ਅਤੇ ਜਾਪਾਨ ਯੁੱਧ, ਹੁਣ ਦੇਖੋ ਨਿਰਾਸ਼ਾ ਅਤੇ ਗੁੱਸੇ ਦੇ ਇਸ ਵਾਤਾਵਰਣ ਵਿੱਚ ਸਰਕਾਰ ਨੂੰ ਬੜੀ ਸਾਵਧਾਨੀ ਨਾਲ, ਸੂਝ-ਬੂਝ ਨਾਲ ਕੰਮ ਲੈਣਾ ਚਾਹੀਦਾ ਸੀ। ਪਰ ਜ਼ਾਰ ਨਿਕੋਲਸ ਜਿਹੜਾ ਸੀਗਾ ਉਸਨੇ ਸਾਮਰਾਜਵਾਦੀ ਨੀਤੀ ਦੇ ਕਰਕੇ ਰੂਸ ਅਤੇ ਜਾਪਾਨ ਦੇ ਵਿੱਚ ਯੁੱਧ ਛਿੜ ਗਿਆ। ਯੁੱਧ ਦੇ ਦੌਰਾਨ ਲੋਕਾਂ ਨੂੰ ਅਨਾਜ ਅਤੇ ਹੋਰ ਜ਼ਰੂਰੀ ਵਸਤਾਂ ਨਹੀਂ ਮਿਲੀਆਂ, ਬਹੁਤ ਮੁਸ਼ਕਿਲਾਂ ਆਈਆਂ, ਤਾਂ ਦੁਸ਼ਮਣ ਦੇ ਹੱਥੋਂ ਹਾਰ ਵੀ ਗਿਆ ਰਸ਼ੀਆ। ਇਸ ਕਰਕੇ ਜਿਹੜਾ ਸੀ ਜਨਤਾ ਨੂੰ ਇਸ ਚੀਜ਼ ਦੀ ਸੂਚਨਾ ਮਿਲੀ ਕਿ ਹਥਿਆਰ ਅਤੇ ਖਾਸ ਸਮੱਗਰੀ ਨਾ ਮਿਲਣ ਕਰਕੇ ਜਿਹੜੀ ਹੈ ਬਹੁਤ ਜ਼ਿਆਦਾ ਬੁਰਾ ਹਾਲ ਹੋ ਰਿਹਾ ਹੈਗਾ, ਅਤੇ ਸੈਨਿਕਾਂ ਨੂੰ ਹਾਨੀ ਉਠਾਉਣੀ ਪਈ ਹੈ। ਤਾਂ ਉਹ ਹੋਰ ਭੜਕ ਗਏ, ਜ਼ਾਰ ਦੀ ਨਿਕੰਮੀ ਅਕੁਸ਼ਲ ਸਰਕਾਰ ਦੇ ਵਿਰੁੱਧ ਖੜੇ ਹੋ ਗਏ, ਅਤੇ ਜਿਹੜੇ ਕ੍ਰਾਂਤੀਕਾਰੀ ਸੀਗੇ ਉਹਨਾਂ ਨੇ ਇਸ ਸਥਿਤੀ ਦਾ ਲਾਭ ਉਠਾਇਆ, ਅਤੇ ਬਹੁਤ ਹੀ ਲੋਕਾਂ ਨੂੰ ਸਿਖਾਉਣਾ ਪੜ੍ਹਾਉਣਾ ਸਟਾਰਟ ਕਰਤਾ। ਠੀਕ ਹੈ, ਤਾਂ ਇਸ ਕਰਕੇ ਜਿਹੜਾ ਸੀਗਾ ਰੂਸ ਨੇ ਜਾਪਾਨ ਦੇ ਵਿਰੁੱਧ ਜਿਹੜੀ ਉਹ ਲੜਾਈ ਲੜੀ ਸੀ, ਤਾਂ ਲੋਕਾਂ ਨੂੰ ਇਹ ਲੱਗ ਗਿਆ ਕਿ ਵੀ ਹਾਂ ਸਾਡੇ ਇੱਥੇ ਗਰੀਬੀ ਦਾ, ਮਹਿੰਗਾਈ ਦਾ ਜਿਹੜਾ ਰੀਜ਼ਨ ਹੈਗਾ ਉਹ ਯੁੱਧ ਹੈ। ਤਾਂ ਕਰਕੇ ਜਿਹੜਾ ਸੀਗਾ ਕ੍ਰਾਂਤੀਕਾਰੀ ਵਾਤਾਵਰਣ ਰੂਸ ਦੇ ਅੰਦਰ ਜਿਹੜਾ ਸੀਗਾ ਹੋ ਗਿਆ।
1905 ਦੀ ਕ੍ਰਾਂਤੀ। ਹੁਣ ਇਸ ਕ੍ਰਾਂਤੀਕਾਰੀ ਵਾਤਾਵਰਣ ਦੇ ਵਿੱਚ ਸੈਂਟ ਪੀਟਰਸਬਰਗ ਦੇ ਮਜ਼ਦੂਰਾਂ ਨੇ ਜ਼ਾਰ ਦੀ ਸੇਵਾ ਵਿੱਚ ਮੌਜੂਦ ਹੋ ਕੇ ਆਪਣੇ ਦੁੱਖਾਂ ਨੂੰ ਸੁਣਾਉਣ ਦਾ ਨਿਸ਼ਚੇ ਕੀਤਾ। ਉਹਨਾਂ ਨੇ ਫਾਦਰ ਗੈਪੋ ਦੀ ਅਗਵਾਈ ਵਿੱਚ ਸ਼ਾਂਤਮਈ ਢੰਗ ਦੇ ਨਾਲ ਜਲੂਸ ਕੱਢਿਆ ਕਿ ਸਾਨੂੰ ਇਹ ਪ੍ਰੋਬਲਮਸ ਨੇ, ਠੀਕ ਹੈ। ਤਾਂ ਕ੍ਰਾਂਤੀਕਾਰੀਆਂ ਨੇ, ਪਰ ਉਹ ਆਪਣਾ ਪ੍ਰਾਰਥਨਾ ਪੱਤਰ ਲੈ ਕੇ ਰਾਜ ਮਹਿਲ ਵੱਲ ਗਏ, ਪਰ ਉਹਨਾਂ ਕੋਲ ਕੋਈ ਹਥਿਆਰ ਨਹੀਂ ਸੀ ਅਤੇ ਉਹਨਾਂ ਦੇ ਮਨ ਦੇ ਵਿੱਚ ਤੋੜ ਫੋੜ ਦੀ ਵੀ ਇੱਛਾ ਨਹੀਂ ਸੀ। ਅਤੇ ਇਸ ਤੋਂ ਉਲਟ ਜਲੂਸ ਵਿੱਚ ਸ਼ਾਮਿਲ ਲੋਕਾਂ ਨੇ ਜ਼ਾਰ ਦੀਆਂ ਤਸਵੀਰਾਂ ਚੁੱਕੀਆਂ ਹੋਈਆਂ ਸੀ ਅਤੇ ਉਹ ਦੇਸ਼ ਭਗਤੀ ਦੇ ਗੀਤ ਗਾਉਂਦੇ ਆ ਰਹੇ ਸੀ। ਤਾਂ ਜਦੋਂ ਇਹ ਜਲੂਸ ਜਿਹੜਾ ਸੀਗਾ ਰਾਜ ਮਹਿਲ ਪਹੁੰਚਿਆ ਤਾਂ ਜਿਹੜੇ ਸ਼ਾਹੀ ਸੈਨਿਕ ਸੀਗੇ, ਠੀਕ ਹੈ, ਉਹਨਾਂ ਨੇ ਗੋਲੀਆਂ ਚਲਾਤੀਆਂ, ਬਹੁਤ ਲੋਕ ਮਰ ਗਏ, ਲਗਭਗ 1500 ਦੇ ਕਰੀਬ। ਤਾਂ ਇਸ ਕਰਕੇ ਜਿਹੜਾ ਸੀਗਾ ਲੋਕ ਬੜੇ ਦੁਖੀ ਹੋ ਗਏ, ਉਹਨਾਂ ਨੇ ਹੜਤਾਲਾਂ, ਲੁੱਟ ਮਾਰਾਂ, ਪ੍ਰਦਰਸ਼ਨ ਕਰਨੇ ਸਟਾਰਟ ਕਰਤੇ। ਸਾਰੇ ਦੇਸ਼ ਦੇ ਵਿੱਚ ਵਿਦਰੋਹ ਹੋ ਗਏ ਅਤੇ ਵਿਦਰੋਹੀ ਕਿਸਾਨਾਂ ਨੇ 2000 ਜ਼ਮੀਂਦਾਰਾਂ ਦੇ ਜਿਹੜੇ ਘਰ ਸੀਗੇ ਉਹ ਵੀ ਜਲਾ ਦਿੱਤੇ। ਸੋ ਇਸ ਕਰਕੇ ਜਿਹੜਾ ਸੀਗਾ ਘਰ ਘਰ ਜਿਹੜੇ ਸੀਗੇ ਘਰ ਘਰ ਦੇ ਜਿਹੜੇ ਲੋਕ ਸੀਗੇ ਉਹ ਹੜਤਾਲਾਂ ਦੇ ਵਿੱਚ ਸ਼ਾਮਿਲ ਹੋ ਕੇ, ਤੇ ਰੂਸ ਦੇ ਵਿੱਚ ਕਦੇ ਐਸਾ ਚੀਜ਼ ਨਹੀਂ ਸੀ ਹੋਈ ਜਿਹੜੀ ਹੁਣ ਹੋ ਰਹੀ ਸੀ। ਤਾਂ ਸਰਕਾਰ ਨੇ ਵਿਰੋਧ ਕਰਨ ਲਈ ਬਹੁਤ ਹੀ ਜ਼ਿਆਦਾ ਅਤਿਆਚਾਰ ਕੀਤੇ, ਦਮਨ ਦੀ ਨੀਤੀ ਅਪਣਾਈ। 1905 ਨੂੰ ਜਿਹੜਾ ਸੀਗਾ ਇੱਕ ਮਹੱਤਵਪੂਰਨ ਘੋਸ਼ਣਾ ਜਿਹੜੀ ਸੀਗੀ ਜ਼ਾਰ ਨੇ ਕੀਤੀ, ਤੇ ਇਸ ਘੋਸ਼ਣਾ ਦੇ ਵਿੱਚ ਉਸਨੇ ਕਿਹਾ ਕਿ ਜਨਤਾ ਨੂੰ ਨਾਗਰਿਕ ਅਧਿਕਾਰ ਅਤੇ ਜ਼ਿੰਮੇਵਾਰ ਸਰਕਾਰ ਵੀ ਮੈਂ ਦਊਂਗਾ, ਠੀਕ ਹੈ। ਤਾਂ ਉਸਨੇ ਵਿਸ਼ਵਾਸ ਦਿਲਾਇਆ ਕਿ ਪਾਰਲੀਮੈਂਟ ਦੀ ਚੋਣ ਵੀ ਕੀਤੀ ਜਾਏਗੀ। ਤਾਂ 1905 ਤੱਕ ਇਹ ਚੀਜ਼ ਨਾ ਹੋਈ ਤਾਂ ਇਹ ਵੀ ਜਿਹੜੀ ਸੀਗੀ ਜ਼ਾਰਸ਼ਾਹੀ ਦਾ ਅੰਤ ਨਾ ਹੋਇਆ, ਤਾਂ ਵੀ ਲੋਕ ਜਿਹੜੇ ਸੀਗੇ, ਕਿਉਂਕਿ ਪ੍ਰੋਮਿਸ ਕੀਤਾ ਸੀ ਤੇ ਜ਼ਾਰ ਨੇ ਇਹ ਚੀਜ਼ ਨਹੀਂ ਕੀਤੀ, ਤਾਂ ਵੀ ਲੋਕ ਜਿਹੜੇ ਸੀਗੇ ਦੁਖੀ ਹੋ ਗਏ। ਸੰਵਿਧਾਨਕ ਪ੍ਰਯੋਗ। ਤਤਕਾਲੀਨ ਸਥਿਤੀ ਤੇ ਕੰਟਰੋਲ ਰੱਖਣ ਦੇ ਬਾਵਜੂਦ ਜ਼ਾਰ ਨੇ ਆਪਣੀ ਘੋਸ਼ਣਾ ਨੂੰ ਪ੍ਰਭਾਵਹੀਣ ਬਣਾਉਣ ਦੇ ਲਈ ਬਹੁਤ ਕਦਮ ਚੁੱਕਣੇ ਸ਼ੁਰੂ ਕੀਤੇ। ਤਾਂ ਉਸਨੇ ਜਿਹੜਾ ਸੀ ਸਭ ਤੋਂ ਪਹਿਲਾਂ ਆਦੇਸ਼ ਕੀਤਾ ਕਿ ਸਰਕਾਰ ਖੁਦ ਬਜਟ ਪਾਸ ਕਰੇਗੀ, ਹੈ ਨਾ, ਸਦਨ ਬਣਾਏਗੀ, ਪਾਰਲੀਮੈਂਟ ਦੀ ਚੋਣ ਕਰੇਗੀ। ਪਰ ਫਿਰ ਵੀ ਜਿਹੜਾ ਹੈਗਾ ਇਹ ਚੀਜ਼ ਨਹੀਂ ਹੋਈ। ਪਰ ਪਾਰਲੀਮੈਂਟ ਨੇ ਜ਼ਾਰ ਨੂੰ ਲੋਕਤੰਤਰੀ ਸਰਕਾਰ ਸਥਾਪਿਤ ਕਰਨ ਲਈ ਕਿਹਾ, ਤਾਂ ਉਸਨੇ ਪਾਰਲੀਮੈਂਟ ਨੂੰ ਵੀ ਭੰਗ ਕਰਤਾ। ਤਾਂ ਕਹਿਣ ਦਾ ਮਤਲਬ ਇਹ ਚੀਜ਼ਾਂ ਜਾਰੀ ਰਹੀਆਂ ਅਤੇ ਸਰਕਾਰ ਦੇ ਅਤਿਆਚਾਰਾਂ ਦੀ ਨਿੰਦਾ ਜਿਹੜੀ ਸੀਗੀ ਸਾਰੇ ਦਾ ਸਾਰਾ ਰੂਸ ਕਰ ਰਿਹਾ ਸੀਗਾ। ਅਤੇ ਜਨਤਾ ਵੱਲੋਂ ਸੰਵਿਧਾਨਕ ਸ਼ਾਸਨ ਦੀ ਅਗਰ ਮੰਗ ਉੱਠਦੀ ਤਾਂ ਜ਼ਾਰ ਉਸਨੂੰ ਅਸਫਲ ਬਣਾ ਦਿੰਦਾ। ਤਾਂ ਇਸ ਕਰਕੇ ਜ਼ਾਰ ਵੀ ਜਿਹੜਾ ਸੀਗਾ ਕਿਸੇ ਨਾ ਕਿਸੇ ਹੱਦ ਤੱਕ ਇਸ ਚੀਜ਼ ਦਾ ਜ਼ਿੰਮੇਵਾਰ ਸੀ। ਤਾਂ 1914 ਵਿੱਚ ਜਿਹੜਾ ਪਹਿਲਾ ਮਹਾਯੁੱਧ ਛਿੜਿਆ ਹੈਗਾ, ਤਾਂ ਇਸ ਦੇ ਨਾਲ ਤਾਂ ਸਥਿਤੀ ਬਦਲ ਗਈ, ਕਿਉਂਕਿ ਇਹਦੇ ਵਿੱਚ ਜਿਹੜਾ ਸੀਗਾ ਰਸ਼ੀਆ ਨੇ ਪਾਰਟਿਸਿਪੇਟ ਕੀਤਾ, ਤਾਂ ਬਹੁਤ ਇਸ ਨੂੰ ਨੁਕਸਾਨ ਹੋਇਆ, ਜਾਨ ਦਾ ਵੀ, ਮਾਲ ਦਾ ਵੀ। ਤਾਂ ਕਰਕੇ ਯੁੱਧ ਦੇ ਵਿੱਚ ਪ੍ਰਵੇਸ਼ ਕਰਨ ਕਰਕੇ ਰਸ਼ੀਆ ਦੇ, ਤਾਂ ਦੇਸ਼ ਦੇ ਵਿੱਚ ਕ੍ਰਾਂਤੀਕਾਰੀ ਮਾਹੌਲ ਬਣ ਗਿਆ ਅਤੇ ਲੋਕਾਂ ਨੇ ਜਿਹੜਾ ਸੀਗਾ ਕ੍ਰਾਂਤੀ ਲਿਆਂਦੀ। ਸੋ ਇਹ ਸੀਗਾ ਅੱਜ ਦਾ ਵੀਡੀਓ। ਮਿਲਦੇ ਹਾਂ ਆਪਾਂ ਰਸ਼ੀਅਨ ਰੈਵੋਲਿਊਸ਼ਨ ਦੇ ਨੈਕਸਟ ਕੁਐਸਚਨ ਦੇ ਨਾਲ। ਥੈਂਕ ਯੂ ਸੋ ਮਚ।